नमस्ते, सत श्री अकाल। वेलकम बैक टू यूट्यूब चैनल, इनफैक्ट कपिल इंस्टीट्यूट यूट्यूब चैनल। ਅੱਜ ਦੀ ਵੀਡੀਓ ਵੀ ਆਪਣੀ ਰੋਜ਼ ਦੀ ਵੀਡੀਓ ਦੀ ਤਰ੍ਹਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਂਡ ਇਨਫੋਰਮੇਟਿਵ ਰਹਿਣ ਵਾਲੀ ਹੈ। ਲੇਕਿਨ ਸਭ ਤੋਂ ਪਹਿਲਾਂ ਜਿਨ੍ਹਾਂ ਸਟੂਡੈਂਟ ਨੇ YouTube ਸਬਸਕ੍ਰਾਈਬ ਨਹੀਂ ਕੀਤਾ ਆਪਣਾ ਪਲੀਜ਼ ਸਬਸਕ੍ਰਾਈਬ ਕਰੋ। ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤੀ ਵੈਲ ਉਹਦਾ ਜੋ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ 'ਚ ਪਾਇਓ। ਆਪਣੀ ਐਪਲੀਕੇਸ਼ਨ ਡਾਊਨਲੋਡ ਕਰੋ ਜਿਹਦੇ ਵਿੱਚ ਰੋਜ਼ਾਨਾ ਤੁਹਾਨੂੰ ਕਰੰਟ ਅਫੇਅਰਸ ਐਂਡ ਹੋਰ ਜਿਹੜੇ ਕਾਫੀ ਇਨਫੋਰਮੇਸ਼ਨ ਜਿਹੜੇ ਸੀ ਮਿਲਦੀ ਹੈ ਫ੍ਰੀ ਆਫ ਕੋਸਟ, ਰਾਈਟ। ਸੋ ਅੱਜ ਦੀ ਵੀਡੀਓ ਆਪਾਂ ਡਿਸਕਸ ਕਰਦੇ ਹਾਂ ਵੀ ਵੀਡੀਓ ਹੈ ਕੀ ਚੀਜ਼। ਦੇਖੋ ਅੱਜ ਦੀ ਵੀਡੀਓ ਦਾ ਮਕਸਦ ਇਹੀ ਹੈ ਉਹਨਾਂ ਸਟੂਡੈਂਟਸ ਲਈ ਜੋ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਹੈ, ਕੋਸ਼ਿਸ਼ ਕਰ ਰਹੇ ਹੈ, ਲੇਕਿਨ ਇੰਗਲਿਸ਼ ਵਿੱਚ ਜਿਹੜੇ ਹੈਗੇ ਉਹਨਾਂ ਦਾ ਡਰ ਖਤਮ ਨਹੀਂ ਹੋ ਰਿਹਾ, ਰਾਈਟ। ਇੰਗਲਿਸ਼ ਵਿੱਚ ਹਜੇ ਵੀ ਬਹੁਤ ਡਰ ਰਿਹਾ, ਸਮਝ ਨਹੀਂ ਆਉਂਦੀ ਕੀ ਲਿਖਿਆ ਹੈਗਾ। ਖਾਸ ਤੌਰ ਤੇ ਅਗਰ ਆਪਾਂ ਗੱਲ ਕਰੀਏ ਵੀ ਇੰਗਲਿਸ਼ ਨਿਊਜ਼ਪੇਪਰ ਰੀਡ ਕਰੋ ਫਿਰ ਤਾਂ ਲੱਗਦਾ ਨਾ ਜੀ ਇਹ ਕੀ ਗੱਲ ਹੋ ਗਈ। ਸੋ ਖੈਰ ਇੰਗਲਿਸ਼ ਨਿਊਜ਼ਪੇਪਰ ਕਰਨਾ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ। ਨੌਲੇਜ ਦੇ ਨਾਲ ਨਾਲ ਵੀ ਦੁਨੀਆ ਵਿੱਚ ਕੀ ਹੋ ਰਿਹਾ, ਆਪਣੇ ਦੇਸ਼ ਵਿੱਚ ਕੀ ਹੋ ਰਿਹਾ ਹੈਗਾ, ਉਹਦੇ ਨਾਲ ਨਾਲ ਆਪਣੀ ਇੰਗਲਿਸ਼ ਲੈਂਗੁਏਜ ਦੀ ਜੋ ਐਸੇ ਪ੍ਰੋਫੀਸ਼ੀਐਂਸੀ ਜਿਹੜੀ ਹੈਗੀ ਹੈ ਕਾਫੀ ਬੈਟਰ ਹੁੰਦੀ ਹੈ ਤੇ ਬਹੁਤ ਅੱਛੇ ਲੈਵਲ ਤੱਕ ਜਾਂਦੀ ਹੈ। ਇਹ ਲਈ ਚੀਜ਼ ਨੂੰ ਮਾਈਂਡ ਵਿੱਚ ਰੱਖਦੇ ਹੋਏ ਆਪਣੇ ਜੋ ਵੀਡੀਓ ਆਪਾਂ ਸਟਾਰਟ ਕੀਤੇ ਹੋਈਆਂ ਕੁਝ, ਜਿਹਦੇ ਵਿੱਚ ਹਰ ਇੱਕ ਸੈਂਟੈਂਸ ਨੂੰ ਟਰਾਂਸਲੇਟ ਕੀਤਾ ਜਾਂਦਾ ਹੈ ਤੇ ਪੂਰੇ ਸੈਂਟੈਂਸ ਨੂੰ ਸਮਝਾਇਆ ਜਾਂਦਾ ਹੈ ਵੀ ਇੰਗਲਿਸ਼ ਵਿੱਚ ਇਹ ਸੈਂਟੈਂਸ ਦਾ ਪੰਜਾਬੀ ਅਨੁਵਾਦ ਕਿਵੇਂ ਹੋਊਗਾ, ਟਰਾਂਸਲੇਸ਼ਨ ਕਿਵੇਂ ਹੋਊਗੀ, ਰਾਈਟ। ਤਾਂ ਆਪਾਂ ਵੀਡੀਓ ਸਟਾਰਟ ਕਰਦੇ ਹਾਂ। ਕੁਇਕਲੀ ਪੜ੍ਹ ਲਿਆ ਹੋਣਾ। ਵੈਲ ਇੱਕ ਆਰਟੀਕਲ ਜਿਹੜਾ ਹੈ ਦ ਟ੍ਰਿਬਿਊਨ ਜੋ ਨਿਊਜ਼ਪੇਪਰ ਹੈ ਉਹਦਾ ਆਰਟੀਕਲ ਹੈ ਜੋ ਆਪਾਂ ਅੱਜ ਹੁਣ ਡਿਸਕਸ ਕਰਨ ਵਾਲੇ ਹਾਂ। ਤਾਂ ਬਹੁਤ ਹੀ ਇੰਪੋਰਟੈਂਟ ਆਰਟੀਕਲ ਹੈ। ਅੱਜ ਕੱਲ੍ਹ ਆਫਕੋਰਸ ਇੱਕ ਸਮਿਟ ਹੋ ਰਿਹਾ, ਕੁਝ ਕੰਟਰੀਜ਼ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਜਿਨ੍ਹਾਂ ਵਿੱਚ ਰਸ਼ੀਆ ਵੀ ਹੈ, ਇੰਡੀਆ ਆਪਣੀ ਕੰਟਰੀ ਹੈਗੀ ਹੈ, ਰਾਈਟ, ਪਾਕਿਸਤਾਨ ਵੀ ਹੈ ਐਂਡ ਚਾਈਨਾ ਵੀ ਹੈਗੀ ਹੈ। ਤਾਂ ਕੀ ਹੈ ਸਭ ਕੁਝ ਆਪਾਂ ਸਟਾਰਟ ਕਰਦੇ ਹਾਂ। ਤਾਂ ਆਫਕੋਰਸ ਇਹ ਜਿਹੜੀ ਨਿਊਜ਼ ਹੈਗੀ ਇਹਦੀ ਹੈਡਲਾਈਨਸ ਜਿਹੜੀ ਹੈਗੀ ਹੈ ਪਹਿਲਾਂ ਉਹ ਆਪਾਂ ਦੇਖੀਏ। ਆਪਾਂ ਦੇਖ ਸਕਦੇ ਹਾਂ ਆਪਣੇ ਪ੍ਰਾਈਮ ਮਿਨਿਸਟਰ ਜੋ ਹੈ ਨਰਿੰਦਰ ਮੋਦੀ ਐਂਡ ਰਸ਼ੀਅਨ ਜੋ ਪ੍ਰਾਈਮ ਮਿਨਿਸਟਰ ਪੁਟਿਨ ਦੇ ਨਾਲ ਆਫਕੋਰਸ ਮਿਲੇ ਇਸ ਵਿੱਚ। ਹੈਡਲਾਈਨ ਜਿਹੜੀ ਹੈਗੀ ਹੈ ਨਿਊਜ਼ ਦੀ ਉਹ ਕੀ ਹੈ, ਸਭ ਤੋਂ ਪਹਿਲਾਂ ਆਪਾਂ ਉਹ ਦੇਖੀਏ, ਰਾਈਟ। ਹੈਡਲਾਈਨਸ ਜੋ ਹੈ ਆਪਾਂ ਉਹ ਦੇਖੀਏ ਸਭ ਤੋਂ ਪਹਿਲਾਂ ਕੀ ਹੈ। ਨਾਓ ਇਜ਼ ਨੋਟ ਦ ਟਾਈਮ ਫॉर ਵੋਰ। ਹੁਣ ਜਿਹੜਾ ਹੈਗਾ ਟਾਈਮ ਨਹੀਂ ਹੈਗਾ ਵੋਰ ਦਾ, ਯੁੱਧ ਦਾ ਇਹ ਟਾਈਮ ਨਹੀਂ ਹੈਗਾ। ਲੈਟ ਅਸ ਆਓ ਸਟ੍ਰੈਟੇਜਾਈਜ਼, ਸਟ੍ਰੈਟੇਜਾਈਜ਼ ਹੁੰਦਾ ਪਲਾਨ ਕਰੀਏ, ਰਾਈਟ, ਟੂ ਪਲਾਨ ਕਰੀਏ ਆਪਾਂ, ਕੋਈ ਆਪਾਂ ਵਿਉਂਤ ਬਣਾਈਏ ਕਿਸ ਲਈ, ਫॉर ਪੀਸ, ਸ਼ਾਂਤੀ ਲਈ। ਪੀਐਮ ਮੋਦੀ ਟੈਲਸ ਪੁਤਿਨ। ਸੋ ਨਰਿੰਦਰ ਮੋਦੀ ਨੇ ਜੋ ਸਮਿਟ ਹੋ ਰਹੀ ਹੈਗੀ ਹੈ ਉੱਥੇ ਪੁਤਿਨ ਨੂੰ ਮਿਲੇ ਤਾਂ ਉਹਨੂੰ ਕਿਹਾ ਵੀ ਇਹ ਟਾਈਮ ਲੜਾਈ ਦਾ ਟਾਈਮ ਨਹੀਂ ਹੈ, ਵੀ ਆਓ ਆਪਾਂ ਇਕੱਠੇ ਹੋ ਕੇ ਸਟ੍ਰੈਟੇਜਾਈਜ਼ ਕਰੀਏ, ਕੁਝ ਪਲਾਨ ਬਣਾਈਏ। ਕਿਸ ਚੀਜ਼ ਦਾ ਪਲਾਨ? ਪ੍ਰੈਪੋਜੀਸ਼ਨ ਦੇਖੋ, ਸਟ੍ਰੈਟੇਜਾਈਜ਼ ਪਲਾਨ ਕਰਨਾ ਤੇ ਨਾਲ ਫੋਰ ਲੱਗਦਾ, ਸਟ੍ਰੈਟੇਜਾਈਜ਼ ਫॉर ਪੀਸ, ਸ਼ਾਂਤੀ ਲਈ। ਤੇ ਇਹ ਗੱਲ ਕੀ ਹੈਗੀ ਹੈ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਨੂੰ, ਪੁਤਿਨ ਨੂੰ ਗੱਲ ਆਖੀ ਹੈ। ਨਾਓ ਇਨ ਸਰਪ੍ਰਾਈਜ਼ ਮੀਟਿੰਗ ਵਿਦ ਪੀਐਮ, ਪ੍ਰਾਈਮ ਮਿਨਿਸਟਰ ਨਾਲ ਜਿਹੜੀ ਸਰਪ੍ਰਾਈਜ਼ ਮੀਟਿੰਗ ਹੋਈ ਸੀ ਟਰਕਿਸ਼ ਦੀ, ਟਰਕਿਸ਼ ਵੀ ਆਫਕੋਰਸ ਇਹਨਾਂ ਦੇ ਵੀ ਆਏ ਹੋਏ ਪ੍ਰੈਸੀਡੈਂਟ, ਟਰਕਿਸ਼ ਪ੍ਰੈਸੀਡੈਂਟ ਅਰਦੋਗਨ ਸੀਕਸ ਹੁੰਦਾ ਹੈਗਾ ਟੂ ਟਰਾਈ ਟੂ ਫਾਈਂਡ ਆਊਟ, ਕੋਸ਼ਿਸ਼ ਕਰਨਾ ਕੋਈ ਚੀਜ਼ ਲੱਭਣ ਦੀ, ਟੂ ਟਰਾਈ ਟੂ ਫਾਈਂਡ ਕੋਈ ਚੀਜ਼ ਲੱਭਣ ਦੀ, ਉਹ ਕੋਸ਼ਿਸ਼ ਕਰ ਰਿਹਾ ਵੀਟ ਦੀ ਇਨ ਐਡੀਸ਼ਨ ਔਰ ਟੂ ਰਾਈਸ। ਵੀ ਟਰਕੀ ਜਿਹੜਾ ਕੰਟਰੀ ਹੈ ਇੰਡੀਆ ਤੋਂ ਬਹੁਤ ਜ਼ਿਆਦਾ ਰਾਈਸ ਮੰਗਵਾ ਰਿਹਾ ਹੈ, ਚਾਵਲ ਮੰਗਵਾ ਰਿਹਾ ਤੇ ਨਾਲ ਨਾਲ ਉਹ ਕੋਸ਼ਿਸ਼ ਕਰ ਰਿਹਾ ਹੁਣ ਰਾਈਟ। ਤਾਂ ਇਹ ਜਿਹੜੀ ਹੈਗੀ ਇਹਦੀ ਹੈਡਲਾਈਨਸ ਹੈਗੀ ਹੈ ਅੱਜ ਦੇ ਨਿਊਜ਼ ਦੀ। ਤਾਂ ਆਪਾਂ ਨਿਊਜ਼ ਜਿਹੜੀ ਹੈਗੀ ਅੱਗੇ ਸਟਾਰਟ ਕਰੀਏ ਰੀਡ ਕਰਨਾ। ਫਰਦਰ ਨਿਊਜ਼ ਕੀ ਹੈ। ਨਾਓ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਔਨ ਫਰਾਈਡੇ, ਡੇ ਲਈ ਆਪਾਂ ਔਨ ਲਾਉਂਦੇ ਹਾਂ ਪ੍ਰੈਪੋਜੀਸ਼ਨ। ਸ਼ੁੱਕਰਵਾਰ ਨੂੰ ਕਿਹਨੂੰ ਆਖਿਆ, ਟੋਲਡ ਰਸ਼ੀਅਨ ਪ੍ਰੈਸੀਡੈਂਟ ਵਲਾਦੀਮੀਰ ਪੁਤਿਨ। ਸ਼ੁੱਕਰਵਾਰ ਨੂੰ ਇਹ ਮੀਟਿੰਗ ਹੋਈ ਤੇ ਨਰਿੰਦਰ ਮੋਦੀ ਨੇ ਵਲਾਦੀਮੀਰ ਪੁਤਿਨ ਨੂੰ ਆਖਿਆ ਸੀ ਦੈਟ, ਕੀ ਆਖਿਆ ਸੀ ਵੀ ਨਾਓ ਇਜ਼ ਨੋਟ ਅ ਟਾਈਮ, ਇਹ ਟਾਈਮ ਨਹੀਂ ਹੈਗਾ ਵੋਰ ਦਾ, ਲੜਾਈ ਦਾ, ਵਿਦ ਕਿਉਂਕਿ ਫੂਡ ਫਰਟੀਲਾਈਜ਼ਰ ਜਿਹੜੀ ਖਾਦ ਹੈਗੀ ਹੈ ਐਂਡ ਫਿਊਲ ਸਿਕਿਉਰਿਟੀ ਅਮੰਗ ਦਾ ਮੇਜਰ ਕੰਸਰਨਸ ਹੁੰਦੇ ਫਿਕਰ, ਚਿੰਤਾਵਾਂ ਆਫ ਦਾ ਵਰਲਡ ਐਟ ਪ੍ਰੈਜ਼ੈਂਟ। ਤਾਂ ਨਰਿੰਦਰ ਮੋਦੀ ਕਹਿੰਦਾ ਹੈਗਾ ਵੀ ਰਸ਼ੀਅਨ ਪ੍ਰੈਸੀਡੈਂਟ ਨੂੰ ਵੀ ਇਹ ਟਾਈਮ ਨਹੀਂ ਹੈਗਾ ਲੜਾਈ ਦਾ, ਉਹ ਟਾਈਮ ਜਿੱਥੇ ਦੁਨੀਆ ਵਿੱਚ ਖਾਦ ਤੇ ਜਿਹੜਾ ਆਇਲ ਹੈਗਾ, ਤੇਲ ਹੈਗਾ, ਉਹਦੇ ਮੇਜਰ ਕੰਸਰਨ ਵਿੱਚੋਂ ਇਹ ਕੁਝ ਕੰਸਰਨਸ ਹੈਗੇ ਆ, ਚਿੰਤਾਵਾਂ ਹੈਗੀਆਂ। ਤੇ ਇਸੇ ਚਿੰਤਾਵਾਂ ਨੂੰ ਦੂਰ ਕਰਨ ਦੀ ਬਜਾਏ ਆਪਾਂ ਵੋਰ ਕਰੀ ਜਾਂਦੇ ਹਾਂ ਯੂਕਰੇਨ ਦੇ ਨਾਲ। ਇਹ ਟਾਈਮ ਲੜਾਈ ਦਾ ਨਹੀਂ ਹੈਗਾ। ਇਹ ਗੱਲ ਆਫਕੋਰਸ ਆਪਣੇ ਜੋ ਪ੍ਰਾਈਮ ਮਿਨਿਸਟਰ ਹੈ ਸ਼੍ਰੀ ਨਰਿੰਦਰ ਮੋਦੀ ਉਹਨਾਂ ਦਾ ਕਹਿਣਾ ਹੈ, ਰਾਈਟ। ਸੋ ਨੈਕਸਟ ਆਪਾਂ ਆਫਕੋਰਸ ਡਿਸਕਸ ਕਰੀਏ ਅਗਲਾ ਕੀ ਪੈਰਾਗ੍ਰਾਫ ਹੈ, ਵੈਰੀ ਇੰਪੋਰਟੈਂਟ।
I know that today's era is not an era of war. ਮੈਨੂੰ ਪਤਾ ਹੈ ਕਿ ਜੋ ਅੱਜ ਦਾ ਟਾਈਮ ਹੈ, ਈਰਾ ਹੁੰਦਾ ਸਦੀ, ਈਰਾ ਕੀ ਹੁੰਦਾ ਹੈਗਾ ਸਦੀ, ਜਿਹੜਾ ਟਾਈਮ ਹੈ ਈਰਾ, ਰਾਈਟ, ਈਰਾ ਨੂੰ ਆਪਾਂ ਕੀ ਕਹਾਂਗੇ, ਜੋ ਸਦੀ ਹੈਗੀ ਹੈ, ਜੋ ਹੁੰਦਾ ਟਾਈਮ ਹੈਗਾ, ਰਾਈਟ, ਇਜ਼ ਨੋਟ ਐਨ ਈਰਾ ਆਫ ਵੋਰ। ਹੁਣ ਇਹ ਸਦੀ ਨਹੀਂ ਹੈਗੀ ਲੜਾਈ ਦੀ। ਐਂਡ ਆਈ ਹੈਵ ਸਪੋਕਨ ਟੂ ਯੂ, ਤੇ ਮੈਂ ਤੁਹਾਡੇ ਨਾਲ ਗੱਲ ਆਲਰੇਡੀ ਕਰ ਚੁੱਕਿਆ ਹੈਗਾ ਔਨ ਦਾ ਫੋਨ ਤੇ ਮੈਂ ਤੁਹਾਡੇ ਨਾਲ ਗੱਲ ਕਰ ਚੁੱਕਿਆ ਹੈਗਾ ਅਬਾਊਟ ਦਿਸ, ਇਹ ਚੀਜ਼ ਦੇ ਬਾਰੇ ਮੈਂ ਤੁਹਾਡੇ ਨਾਲ ਪਹਿਲਾਂ ਹੀ ਫੋਨ ਤੇ ਗੱਲ ਕਰ ਚੁੱਕਿਆ ਹੈਗਾ ਵੀ ਇਹ ਟਾਈਮ ਨਹੀਂ ਹੈਗਾ ਲੜਾਈ ਦਾ। PM Modi told Putin on the sidelines of the Shanghai Cooperation Organization SCO summit in Samarkand, ਸਮਰਕੰਡ ਜਗ੍ਹਾ ਜਿੱਥੇ ਉਹ ਆਫਕੋਰਸ ਇਹ ਜੋ ਹੈ ਵਾਰਤਾਲਾਪ ਹੋ ਰਹੀ ਹੈ, ਮੀਟਿੰਗ ਹੋ ਰਹੀ ਹੈ, ਜੋ ਕੁਝ ਕੰਟਰੀਜ਼ ਜਿਹੜੇ ਹੈਗੇ ਇਕੱਠੇ ਹੋ ਕੇ ਪ੍ਰਾਈਮ ਮਿਨਿਸਟਰ ਪ੍ਰੈਸੀਡੈਂਟ ਡਿਸਕਸ ਕਰ ਰਹੇ ਆ। ਸੋ ਉਹਲੇ ਮੀਟਿੰਗ 'ਚ ਸਾਈਡਲਾਈਨਸ ਹੁੰਦਾ ਮਤਲਬ ਸਾਈਡ ਤੇ ਵੀ, ਮੇਨ ਮੀਟਿੰਗ ਸਾਰਿਆਂ ਦੀ ਨਹੀਂ ਸੀ। ਉਦੋਂ ਪ੍ਰਾਈਮ ਮਿਨਿਸਟਰ ਮੋਦੀ ਤੇ ਜੋ ਰਸ਼ੀਅਨ ਪ੍ਰੈਸੀਡੈਂਟ ਜੋ ਹੈਗਾ ਪੁਤਿਨ ਉਹੀ ਸੀ, ਰਾਈਟ। ਤੇ ਉਹਨਾਂ ਨੇ ਸਾਈਡਲਾਈਨ ਮਤਲਬ ਸਾਈਡ ਤੇ ਅਪਾਰਟ ਫਰੋਮ ਐਕਸਟਰਾ ਜਿਹੜਾ ਸੀ ਬੈਠ ਕੇ ਇਹ ਡਿਸਕਸ਼ਨ ਕੀਤੀ ਸੀ। ਨਾਓ PM ਮੋਦੀ ਆਲਸੋ ਮੈਂਸ਼ਨ, ਇਹ ਵੀ ਮੈਂਸ਼ਨ ਕੀਤਾ ਸੀ ਦੈਟ ਇੰਡੀਆ ਰਸ਼ੀਆ ਹੈਜ਼ ਸਟੇਡ ਟੂਗੈਦਰ, ਵੀ ਇੰਡੀਆ ਤੇ ਰਸ਼ੀਆ ਹਮੇਸ਼ਾ ਇਕੱਠੇ ਰਹੇ ਹਨ ਵਿਦ ਈਚ ਅਦਰ। ਹੁਣ ਈਚ ਅਦਰ ਕੀ ਹੁੰਦਾ ਹੈਗਾ, ਇੱਕ ਦੂਜੇ ਨਾਲ। ਹੁਣ ਇੱਥੇ ਇੰਗਲਿਸ਼ ਦਾ ਕਨਸੈਪਟ ਇਹ ਬਣਦਾ ਹੈ ਵੀ ਇੱਕ ਹੁੰਦਾ ਹੈਗਾ ਈਚ ਅਦਰ, ਰਾਈਟ, ਇੱਕ ਹੁੰਦਾ ਹੈਗਾ ਵਨ ਅਨਦਰ, ਵਨ ਅਨਦਰ, ਇਹਨਾਂ ਦੋਨਾਂ 'ਚ ਫਰਕ ਹੁੰਦਾ ਹੈ, ਰਾਈਟ। ਅਗਰ ਮੈਂ ਗ੍ਰਾਮੈਟਿਕਲੀ ਦੇਖੀ ਆਪਾਂ ਈਚ ਅਦਰ ਆਪਾਂ ਯੂਜ਼ ਕਰਦੇ ਹਾਂ ਦੋ ਲਈ, ਚਾਹੇ ਦੋ ਵਸਤੂ ਹੈ ਚਾਹੇ ਦੋ ਪਰਸਨਸ ਹੈ। ਵਨ ਅਨਦਰ ਆਪਾਂ ਯੂਜ਼ ਕਰਦੇ ਹਾਂ ਫॉर मोर दैन टू, फॉर मोर दैन टू, दो तो ज़्यादा की गल करिए फिर आप यूज़ करांगे वन अनदर। हुण इत्थे ईच अदर क्यों यूज़ किया है आर्टिकल विच, बिकॉज इंडिया ते रशिया की गल हो रही है, इसलिए इन्होंने की यूज़ किया ईच अदर। अगर दो तो ज़्यादा कंट्रीज़ की गल हो रही होंगी फिर यूज़ कर दे वन अनदर, राइट। ग्रामर का एक इंपॉर्टेंट पॉइंट है, पता होना चाहिए आपां नूं। नैक्सट देखो अपना पॉइंट इज़ सो ईच अदर फॉर सैवरल डैकेड्स, काफ़ी सालों तो इकट्ठे रहे आपां। डैकेड्स हुंदा है 10 साल, एक डैकेड हुंदा 10 साल। इंग्लिश का कोई भी टाइम जिहदे DEC लग्या उहदा मतलब 10 हुंदा है। बेसिकली देखा जाए दिसंबर जिहड़ा महीना है ਇਹਦਾ मतलब भी 10 ही हुंदा है। एक्चुअल की सी जदों जॉर्जियन कैलेंडर हुण जो आपां कैलेंडर यूज़ करते हैं जॉर्जियन कैलेंडर कहने आपां उहनूं, जॉर्जियन कैलेंडर बनन तो पहला दिसंबर 10वां महीना मन्निया जांदा सी, राइट। जिवें सैप्टेंबर, सैप्ट मतलब सैप्टा हुंदा 7, ऑक्टा हुंदा 8, NOV नव हुंदा 9 एंड DEC डैक हुंदा 10। तो दिसंबर एक्चुअली पहला 10वां महीना हुंदा सी ते बनिया कित्थों DEC डैक तो। डैक का मतलब की हुंदा है 10। तो कई डैकेड्स जिहड़े हैगे कह रहे बेसिक इकट्ठे रहे हैं एंड होप ते उम्मीद की कि ही एंड पुतिन, ही इत्थे क्यों है नरेंद्र मोदी एंड पुतिन कुड स्ट्रैटेजाइज हुंदा है प्लान करनगे ऑन द प्रोग्रेसिंग अगे वधन लई ऑन द पाथ ऑफ पीस, भी पीस दे शांति दे रास्ते 'च आपां किवें इकट्ठे होर अगे वध सकते हैं। ये आपां जरूर सानूं मैनूं उम्मीद है भी ये बारे भी आपां प्लान आउट करांगे। तो यही गल ऑफकोर्स जो अपने प्राइम मिनिस्टर है नरेंद्र मोदी उन्होंने रशियन जो प्रीमियर है मतलब प्राइम मिनिस्टर है उन्होंने दसी है गल, राइट। तो बड़ी ही इंपॉर्टेंट तो अच्छी गल आखी। खैर नेक्स्ट देखते हैं की कहना है अगे। हुण ऑफकोर्स जो पुतिन है उन्होंने फिर उन्होंने भी जो मीडिया में दस्या भी मीटिंग की आख्या, उन्होंने तो की आख्या तो मैं हुण की जवाब दिता है वो भी आप देखते हैं। आई नो अबाउट योर पोजीशन ऑन द कॉन्फ्लिक्ट। कॉन्फ्लिक्ट की होंदा है लड़ाई झगड़ा, डिस्प्यूट। कॉन्फ्लिक्ट की होंदा है लड़ाई झगड़ा मतलब डिस्प्यूट, लड़ाई हो रही है, वॉर हो रहा है। भी मैनू पता है थोड़ी पोजीशन के बारे, जिहड़ी लड़ाई हो रही है कॉन्फ्लिक्ट चल रहा है यूक्रेन दे विच, एंड आई नो तो मैनू पता है अबाउट योर कंसर्न, तो मैनू पता थोड़ियां फिक्रां दे बारे भी तुसीं फिक्र कर रहे हो भी युद्ध ना होवे। वी वॉन्ट ऑल ऑफ दिस टू एंड, असी सारे चाहते हैं दिस टू एंड। दिस इत्थे मतलब की है भी वॉर है कॉन्फ्लिक्ट है वो वास्ते दिस है टू एंड एज सून एज पॉसिबल, भी जिन्ना जल्दी हो सके असी भी चाहते हैं हुण यह वॉर खत्म हो जाए। रिस्पोंड किया पुतिन ने इन हिज ओपनिंग रिमार्क्स फॉर द मीडिया, तो यह रिस्पोंड किया ही गल्लां कह के नरेंद्र मोदी जो पहला नरेंद्र मोदी ने जो अपने दस्या
ਉਹਨੂੰ ਗੱਲ ਕਹੀ ਪੁਤਿਨ ਨੂੰ, ਤਾਂ ਉਹਨੇ ਪੁਤਿਨ ਨੇ ਕੀ ਰਿਪਲਾਈ ਦਿੱਤਾ ਵੀ ਅਸੀਂ ਵੀ ਜਿਹੜਾ ਹੈਗਾ ਜਲਦੀ ਤੋਂ ਜਲਦੀ ਚਾਹੁੰਦੇ ਹਾਂ ਵੀ ਯੂਕਰੇਨ ਵਾਲਾ ਜਿਹੜਾ ਵੋਰ ਹੈ ਖਤਮ ਹੋਵੇ, ਰਾਈਟ। ਤੇ ਇਹ ਗੱਲ ਪੁਤਿਨ ਨੇ ਆਖੀ ਇਨ ਹਿਸ ਓਪਨਿੰਗ ਰਿਮਾਰਕਸ ਫॉर द ਮੀਡੀਆ ਵਿੱਚ ਆਪਣੀ ਓਪਨਿੰਗ ਜਿਹੜੇ ਗੱਲਾਂ ਸੀ ਉਹਦੇ ਵਿੱਚ ਆਖੀਆਂ ਬਿਫੋਰ ਦੋਨੇ, ਮਤਲਬ ਕਿ ਇਸ ਤੋਂ ਪਹਿਲਾਂ ਬਿਫੋਰ ਬੋਥ ਲੀਡਰ ਮਤਲਬ ਨਰਿੰਦਰ ਮੋਦੀ ਐਂਡ ਪੁਤਿਨ ਸੈਟ ਡਾਊਨ ਫॉर ਅ ਬਾਇਲੈਟਰਲ। ਹੁਣ ਬਾਇਲੈਟਰਲ ਕੀ ਹੁੰਦਾ ਹੈਗਾ, ਦੋ ਪੱਖੀ, ਮਤਲਬ ਦੋ ਸਾਈਡ। ਬਾਈ ਮਤਲਬ ਹੁੰਦਾ ਹੈਗਾ ਟੂ ਇੰਗਲਿਸ਼ ਵਿੱਚ, LAT ਲੈਟ ਮਤਲਬ ਹੁੰਦਾ ਹੈਗਾ ਸਾਈਡ, ਰਾਈਟ। ਐਂਡ ਲਾਸਟ ਵਿੱਚ AL ਲੱਗਿਆ ਹੋਵੇ, ਇਹਦਾ ਮਤਲਬ ਹੁੰਦਾ ਹੈਗਾ ਕਨੈਕਟਡ ਟੂ, ਰਾਈਟ। ਬਾਇਲੈਟਰਲ ਕੀ ਹੋ ਗਿਆ, ਟੂ ਸਾਈਡਡ ਬਾਇਲੈਟਰਲ। AL ਲਾਸਟ ਵਿੱਚ ਲੱਗਿਆ, ਉਹਦਾ ਮਤਲਬ ਹੁੰਦਾ ਹੈ ਕਨੈਕਟਡ ਟੂ, ਕਿਹਦੇ ਨਾਲ ਕਨੈਕਟਡ ਹੈ, ਕਿਹਦੇ ਨਾਲ ਸੰਬੰਧਿਤ ਹੈ, ਜਿਹੜਾ ਅੱਗੇ ਸ਼ਬਦ ਲਿਖਿਆ ਹੈ। LAT ਲੈਟ ਮਤਲਬ ਹੁੰਦਾ ਹੈਗਾ ਸਾਈਡ, ਐਂਡ ਬਾਈ ਦਾ ਮਤਲਬ ਕੀ ਹੁੰਦਾ ਹੈਗਾ ਦੋ। ਸੋ ਬਾਇਲੈਟਰਲ ਕੀ ਹੋ ਗਿਆ, ਟੂ ਸਾਈਡਡ ਜਿਹੜੇ ਮੀਟਿੰਗ ਹੋਈ ਸੀ ਮੋਦੀ ਐਂਡ ਪੁਤਿਨ ਦੇ ਵਿਚਕਾਰ, ਉਹਲੇ ਮੀਟਿੰਗ ਤੋਂ ਪਹਿਲਾਂ ਇਹ ਗੱਲ ਰਸ਼ੀਅਨ ਜੋ ਪ੍ਰੀਮੀਅਰ ਹੈ ਉਹਨਾਂ ਨੇ ਆਖੀ, ਰਾਈਟ। ਆਈ ਹੋਪ ਆਪਾਂ ਨੂੰ ਸਮਝ ਆਇਆ ਇਹ ਗੱਲ। ਆਪਾਂ ਅੱਗੇ ਹੁਣ ਵਧਦੇ ਹਾਂ। ਨਾਓ ਨੈਕਸਟ ਪੁਆਇੰਟ, ਨੈਕਸਟ ਪੈਰਾਗ੍ਰਾਫ। ਪੁਟਿਨਸ ਆਬਜ਼ਰਵੇਸ਼ਨ, ਜਿਹੜੇ ਪੁਤਿਨ ਦੀ ਆਬਜ਼ਰਵੇਸ਼ਨਸ ਹੈਗੀ ਹੈ ਵਰ ਦ ਸੇਮ ਐਜ਼ ਹੀ ਮੇਡ ਫॉर द ਮੀਡੀਆ ਬਿਫੋਰ ਅ ਬਾਇਲੈਟਰਲ ਵਿਦ ਚਾਈਨੀਜ਼ ਪ੍ਰੈਸੀਡੈਂਟ ਜਿਨਪਿੰਗ ਅ ਡੇ ਅਰਲੀਅਰ। ਹੁਣ ਪੁਤਿਨ ਨੇ ਜੋ ਗੱਲਾਂ ਆਖੀਆਂ ਇਹ ਉਹੀ ਸੇਮ ਗੱਲਾਂ ਆਖੀਆਂ ਜਿਹੜੀਆਂ ਉਹਨੇ ਜੋ ਚਾਈਨੀਜ਼ ਪ੍ਰੈਸੀਡੈਂਟ ਹੈਗੇ ਜਿਨਪਿੰਗ ਦੇ ਮਿਲਣ ਤੋਂ ਪਹਿਲਾਂ ਜੋ ਗੱਲਾਂ ਉਹਨੇ ਮੀਡੀਆ ਨੂੰ ਆਖੀਆਂ ਸੀ, ਨਰਿੰਦਰ ਮੋਦੀ ਦੇ ਮਿਲਣ ਤੋਂ ਪਹਿਲਾਂ ਵੀ ਉਹਨੇ ਸੇਮ ਗੱਲਾਂ ਹੀ ਆਖੀਆਂ। ਇਹਦਾ ਮਤਲਬ ਇਹ ਹੈ ਵੀ ਪੁਤਿਨ ਦੀ ਆਬਜ਼ਰਵੇਸ਼ਨ ਵਰ ਦ ਸੇਮ ਹੀ ਸੀ ਐਜ਼ ਹੀ ਮੇਡ, ਜਿਹੜੇ ਕਿ ਉਹਨੇ ਬਣਾਈਆਂ ਸੀ ਮੀਡੀਆ ਤੋਂ ਪਹਿਲਾਂ ਬਿਫੋਰ ਅ ਬਾਇਲੈਟਰਲ। ਲੇਕਿਨ ਇੱਥੇ ਬਾਇਲੈਟਰਲ ਕੀ ਹੈ, ਚਾਈਨੀਜ਼ ਐਂਡ ਰਸ਼ੀਆ ਦੀ ਗੱਲ ਹੋ ਰਹੀ ਹੈ ਇੱਥੇ। ਜਿਹੜਾ ਚਾਈਨੀਜ਼ ਪ੍ਰੈਸੀਡੈਂਟ ਨੂੰ ਮਿਲਣ ਤੋਂ ਪਹਿਲਾਂ ਜਿਹੜੀ ਬਣਾਈ ਸੀ ਸਟੇਟਮੈਂਟਸ, ਉਹਨੇ ਇਹੀ ਸਟੇਟਮੈਂਟ ਨਰਿੰਦਰ ਮੋਦੀ ਨੂੰ ਮਿਲਣ ਤੋਂ ਪਹਿਲਾਂ ਹੀ ਸੇਮ ਸਟੇਟਮੈਂਟ ਦੱਸੀਆਂ। ਵੈਨ, ਹੁਣ ਗੱਲ ਹੋ ਰਹੀ ਹੈ ਚਾਈਨੀਜ਼ ਪ੍ਰੈਸੀਡੈਂਟ ਦੀ, ਵੈਨ ਜਿੱਥੇ ਕਿ ਉਹਨੇ ਐਕਨੋਲੇਜ ਕੀਤਾ, ਐਕਨੋਲੇਜ ਹੁੰਦਾ ਸਵੀਕਾਰ ਕਰਨਾ, ਐਕਸੈਪਟਡ, ਉਹਨੇ ਸਵੀਕਾਰ ਕੀਤਾ ਸੀ, ਇਹ ਗੱਲ ਮੰਨੀ ਸੀ ਬੀਜਿੰਗਸ ਕੰਸਰਨ ਅਬਾਊਟ ਦ ਵੋਰ। ਜਿੱਥੇ ਪੁਤਿਨ ਨੇ ਮੰਨਿਆ ਸੀ ਵੀ ਹਾਂ ਬੀਜਿੰਗ ਜਿਹੜੀ ਚਾਈਨੀਜ਼ ਹੈਗੀ ਹੈ ਉਹਨਾਂ ਦਾ ਵੀ ਫਿਕਰ ਹੈਗਾ ਵੋਰ ਨੂੰ ਲੈ ਕੇ, ਤੇ ਸੇਮ ਗੱਲਾਂ ਪੁਤਿਨ ਨੇ ਚਾਈਨੀਜ਼ ਨੂੰ ਜੋ ਪ੍ਰੈਸੀਡੈਂਟ ਉਹਨੂੰ ਮਿਲਣ ਤੋਂ ਪਹਿਲਾਂ ਮੀਡੀਆ ਦੇ ਸਾਹਮਣੇ ਕੀਤੀਆਂ ਸੀ, ਉਹੀ ਗੱਲਾਂ ਉਹਨੇ ਨਰਿੰਦਰ ਮੋਦੀ ਦੇ ਮਿਲਣ ਤੋਂ ਪਹਿਲਾਂ ਸੇਮ ਗੱਲਾਂ ਹੀ ਮੀਡੀਆ ਵਿੱਚ ਕੀਤੀਆਂ, ਰਾਈਟ। ਤੇ ਆਪਾਂ ਕਹਿ ਸਕਦੇ ਹਾਂ ਸ਼ਾਇਦ ਸਿੰਸੀਅਰਿਟੀ ਘੱਟ ਹੈ, ਬਸ ਉਹ ਕਹਿੰਦੇ ਕਾਪੀ ਐਂਡ ਪੇਸਟ ਵਾਲਾ ਕੰਮ ਹੈ ਵੀ ਉਹੀ ਗੱਲਾਂ ਜਿਹੜੇ ਹੈਗੀਆਂ ਦੁਬਾਰਾ ਫਿਰ ਬੋਲਦੀਆਂ। ਸਿੰਸੀਅਰਿਟੀ ਸ਼ਾਇਦ ਘੱਟ ਨਜ਼ਰ ਆ ਰਹੀ ਹੈ ਸੈਂਟੈਂਸਿਸ ਤੋਂ। ਆਪਾਂ ਵਾਪਿਸ ਅੱਗੇ ਵਧਦੇ ਹਾਂ ਆਰਟੀਕਲਸ ਵਿੱਚ। The Russian president also thanked PM Modi for providing a vital outlet for Russian commodities, including oil, coal, and fertilizers. Right? Russian president ने Prime Minister Modi ਦਾ ਧੰਨਵਾਦ ਵੀ ਕੀਤਾ ਸੀ ਕਿਸ ਚੀਜ਼ ਲਈ ਦੇ ਲਈ, for providing a vital ਹੁੰਦਾ ਹੈਗਾ important, vital ਮਤਲਬ ਕੀ ਹੋ ਗਿਆ important, ਵੀ ਇੱਕ ਇੰਪੋਰਟੈਂਟ ਇੱਕ ਰਾਹ ਦਿੱਤਾ, ਆਊਟਲੈਟ ਹੋ ਗਿਆ ਇੱਕ ਵੇ, ਆਊਟਲੈਟ ਕੀ ਹੋ ਗਿਆ ਇੱਥੇ ਵੀ ਇੱਕ ਵੇ ਦਿੱਤਾ ਸੀ, ਇੱਕ ਰਾਸਤਾ, ਇੱਕ ਵਿੰਡੋ ਦਿੱਤੀ ਸੀ। ਇੱਕ ਉਹ ਵਿੰਡੋ ਕਿੰਨਾ ਵਾਸਤੇ, ਰਸ਼ੀਅਨ ਕਮੋਡਿਟੀਜ਼ ਕੀ ਹੋ ਗਈਆਂ, ਵਸਤੂਆਂ, ਰਾਈਟ। ਕਮੋਡਿਟੀਜ਼ ਕੀ ਹੁੰਦੀਆਂ ਹੈਗੀਆਂ, ਵਸਤੂਆਂ, ਵੀ ਚਾਈਨੀਜ਼ ਦੀਆਂ ਜੋ ਵਸਤੂਆਂ ਹੈਗੀਆਂ ਉਹਨਾਂ ਵਾਸਤੇ ਪ੍ਰਾਈਮ ਮਿਨਿਸਟਰ ਮੋਦੀ ਨੇ ਇੰਡੀਅਨ ਮਾਰਕੀਟ ਓਪਨ ਕੀਤੀ ਸੀ। ਕਿਹੜੀ ਵਸਤੂਆਂ ਵਾਸਤੇ ਓਪਨ ਕੀਤੀ ਸੀ, ਆਇਲ ਵਾਸਤੇ, ਕੋਲੇ ਵਾਸਤੇ ਤੇ ਫਰਟੀਲਾਈਜ਼ਰ ਖਾਦਾਂ ਵਾਸਤੇ। ਕਦੋਂ, ਆਫਟਰ, ਜਦੋਂ ਵੈਸਟਰਨ ਮਾਰਕੀਟਸ ਨੇ ਵਰ ਸ਼ਟ ਫॉर ਮਾਸਕੋ ਆਫਟਰ ਦਾ ਸੈਂਕਸ਼ਨਸ। ਵੀ ਕਹਿੰਦਾ ਵੀ ਰਸ਼ੀਅਨ ਪ੍ਰੈਸੀਡੈਂਟ, ਰਸ਼ੀਅਨ ਜੋ ਪੁਤਿਨ ਹੈ ਉਹਨਾਂ ਦਾ ਕਹਿਣਾ ਹੈ ਵੀ ਉਹਨੇ ਥੈਂਕ ਕੀਤਾ ਨਰਿੰਦਰ ਮੋਦੀ ਦਾ ਵੀ ਜਦੋਂ ਵੈਸਟਰਨ ਮਾਰਕੀਟ ਸਾਰੀਆਂ ਬੰਦ ਹੋ ਗਈਆਂ ਸੀ ਰਸ਼ੀਅਨ ਦੇ ਕਮੋਡਿਟੀਜ਼ ਲਈ, ਵਸਤੂਆਂ ਲਈ, ਇੰਡੀਅਨ ਮਾਰਕੀਟ ਇਹ ਸੀ ਵੀ ਤੁਸੀਂ ਓਪਨ ਕੀਤੀ ਸਾਡੇ ਲਈ, ਜਿਹਦੇ ਵਿੱਚ ਚਾਹੇ ਉਹ ਆਇਲ ਹੈ, ਤੇਲ ਹੈ, ਕੋਲ ਹੈ ਤੇ ਫਰਟੀਲਾਈਜ਼ਰ ਖਾਦ ਹੈ, ਉਹ ਅਸੀਂ ਦਿੱਤਾ ਵੀ ਜਿਸ ਕਰਕੇ ਜਿਹੜੀ ਰਸ਼ੀਅਨ ਹੈਗੀ ਹੈ ਉਹ ਮਾਰਕੀਟ ਚੱਲਦੀ ਰਹੀ, ਰਾਈਟ। ਇੰਡੀਆ ਨੂੰ ਖੈਰ ਬਹੁਤ ਫਾਇਦਾ ਹੋਇਆ ਸੀ ਵੈਸਟਰਨ ਮਾਰਕੀਟਸ ਜਦੋਂ ਬੰਦ ਸੀ। ਮੋਸਕੋ ਆਫ ਕੋਰਸ ਰਸ਼ੀਆ ਦੀ ਜੋ ਕੈਪੀਟਲ ਹੈ। ਆਫਟਰ ਦਾ ਸੈਂਕਸ਼ਨਸ ਕੀ ਹੁੰਦਾ ਹੈਗਾ, ਸੈਂਕਸ਼ਨਸ ਹੁੰਦੀਆਂ ਪਾਬੰਦੀਆਂ, ਰਾਈਟ, ਬੈਨਸ, ਵੀ ਪੂਰੇ ਵੈਸਟਰਨ ਕੰਟਰੀ ਨੇ ਬੈਨ ਲਾਤੀ ਸੀ ਤੇ ਲੇਕਿਨ ਤੁਸੀਂ ਜਿਹੜੀ ਸੀ ਸਾਡਾ ਹੈਲਪ ਕੀਤੀ, ਸਾਡੀ ਮਦਦ ਕੀਤੀ, ਉਹਦੇ ਵਾਸਤੇ
ਉਹਨਾਂ ਨੇ ਨਰਿੰਦਰ ਮੋਦੀ ਜੀ ਦੀ ਤਾਰੀਫ ਕੀਤੀ ਤੇ ਥੈਂਕਸ ਕੀਤਾ। ਆਵਰ ਟ੍ਰੇਡ ਇਜ਼ ਗਰੋਇੰਗ, ਆਪਣਾ ਜਿਹੜਾ ਟ੍ਰੇਡ ਹੈ ਉਹ ਗਰੋ ਹੋ ਰਿਹਾ, ਵੱਧ ਰਿਹਾ ਹੈ, ਐਂਡ ਥੈਂਕਸ ਟੂ योर ਐਡੀਸ਼ਨਲ ਸਪਲਾਈਜ਼ ਆਫ ਰਸ਼ੀਅਨ ਫਰਟੀਲਾਈਜ਼ਰਸ ਟੂ ਦੀ ਇੰਡੀਅਨ ਮਾਰਕੀਟਸ। ਤੇ ਪੁਤਿਨ ਨੇ ਇਹ ਵੀ ਗੱਲ ਆਖਿਆ ਵੀ ਆਪਣਾ ਜਿਹੜਾ ਹੁਣ ਟ੍ਰੇਡ ਹੈ, ਵਪਾਰ ਹੈ, ਵੱਧ ਰਿਹਾ ਹੈਗਾ ਤੇ ਤੁਹਾਡਾ ਬਹੁਤ ਵੱਡਾ ਮਤਲਬ ਥੈਂਕਸ ਹੈ, ਧੰਨਵਾਦ ਹੈ ਵੀ ਤੁਸੀਂ ਐਡੀਸ਼ਨਲ, ਤੁਸੀਂ ਐਕਸਟਰਾ ਸਪਲਾਈ ਲਿੱਤੀ ਹੈ ਰਸ਼ੀਅਨ ਫਰਟੀਲਾਈਜ਼ਰ ਦੀ ਇੰਡੀਅਨ ਮਾਰਕੀਟਸ ਵਾਸਤੇ। ਆਪਾਂ ਨੂੰ ਪਤਾ ਵੀ ਰਸ਼ੀਅਨ ਜੋ ਹੈਗੀ ਹੈ, ਚਾਹੇ ਆਇਲ ਹੈ, ਚਾਹੇ ਫਰਟੀਲਾਈਜ਼ਰ ਹੈ, ਚਾਹੇ ਕੋਲ ਹੈ, ਬਹੁਤ ਹੀ ਘੱਟ ਰੇਟ ਤੇ 25% ਡਿਸਕਾਊਂਟ ਤੇ ਘੱਟੋ ਘੱਟ ਇੰਡੀਆ ਨੂੰ ਇਹ ਚੀਜ਼ਾਂ ਮਿਲ ਰਹੀਆਂ ਸੀ ਤੇ ਇੰਡੀਆ ਨੂੰ ਇਹ ਚੀਜ਼ਾਂ ਆਪਣੇ ਮਾਰਕੀਟ ਵਿੱਚ ਵੀ ਲਿੱਤੀਆਂ ਐਂਡ ਰਸ਼ੀਆ ਤੋਂ ਲੈ ਕੇ ਅੱਗੇ ਫਰਦਰ ਹੋਰ ਕਿਸੇ ਕੰਟਰੀ ਨੂੰ ਇੰਟਰਨੈਸ਼ਨਲ ਪ੍ਰਾਈਸ ਜੋ ਚੱਲ ਰਿਹਾ ਬਾਕੀ ਕੰਟਰੀਜ਼ ਦੇ ਉਹਲੇ ਪ੍ਰਾਈਸ ਸੇ ਅੱਗੇ ਵੇਚੀਆਂ ਵੀ ਹੈ, ਰਾਈਟ। ਤੇ ਇੰਡੀਆ ਨੂੰ ਖੈਰ ਕਾਫੀ ਬੈਨੀਫਿਟ ਹੋਇਆ ਇਸ ਚੀਜ਼ ਦਾ ਤੇ ਲੇਕਿਨ ਰਸ਼ੀਅਨ ਨੇ ਥੈਂਕਸ ਕੀਤਾ ਇੰਡੀਅਨ ਮਾਰਕੀਟਸ ਲਈ ਵਿਚ ਹੈਵ ਗਰੋਨ more than 8-fold। 8-fold ਹੁੰਦਾ 8 ਗੁਣਾ, 8-fold 8 ਗੁਣਾ ਜਿਹੜਾ ਸੀ ਆਪਣਾ ਵਪਾਰ ਵੱਧ ਗਿਆ ਇਹਨਾਂ ਚੀਜ਼ਾਂ ਦਾ। I am hopeful, ਮੈਂ ਬਹੁਤ ਜ਼ਿਆਦਾ ਹੋਪ ਕਰਦਾ, ਮੈਨੂੰ ਵਿਸ਼ਵਾਸ ਹੈ that this will be of use। use ਹੁੰਦਾ big, use ਕੀ ਹੈ? big, ਇੱਕ adjective ਹੈ। this will be of huge help to India's agricultural sector said Putin। ਪੁਤਿਨ ਨੇ ਆਖਿਆ ਵੀ ਇੰਨੀ ਜ਼ਿਆਦਾ ਤੁਸੀਂ ਮਾਰਕੀਟ ਖੋਲੀ ਤੇ ਇੰਨੇ ਜ਼ਿਆਦਾ ਪ੍ਰੋਡਕਟ 8-fold 8 ਗੁਣਾ ਜ਼ਿਆਦਾ ਆਪਣਾ ਵਪਾਰ ਵਧਿਆ ਹੈ ਤੇ ਮੈਨੂੰ ਪੂਰੀ ਉਮੀਦ ਹੈ ਜਿਹੜੇ ਇੰਡੀਅਨ ਐਗਰੀਕਲਚਰ ਹੈਗੇ ਸੈਕਟਰ ਉਹਨੂੰ ਬਹੁਤ ਜ਼ਿਆਦਾ ਹੈਲਪ ਮਿਲੂਗੀ, ਰਾਈਟ। ਯੈਸ, ਆਪਾਂ ਵੀ ਇਹ ਉਮੀਦ ਕਰਦੇ ਵੀ ਆਪਣੇ ਇੰਡੀਅਨ ਜੋ ਫਾਰਮਰਸ ਹੈ, ਆਪਣੇ ਜੋ ਬ੍ਰਦਰਸ ਆਪਣੇ ਫਾਰਮਰਸ ਕਿਸਾਨ, ਉਹ ਆਫਕੋਰਸ ਅੱਗੇ ਵਧਣ, ਬਹੁਤ ਮਿਹਨਤ ਕਰਦੇ ਹੈ ਤੇ ਇਹਨਾਂ ਚੀਜ਼ਾਂ ਨਾਲ ਬਹੁਤ ਚੀਜ਼ਾਂ ਉਹਨਾਂ ਲਈ ਸਸਤੀਆਂ ਮਿਲਣ ਸੋ ਦੈਟ ਉਹ ਅੱਛੀ ਤਰ੍ਹਾਂ ਖੇਤੀ ਈਜ਼ੀ ਵੇ ਨਾਲ ਕਰ ਸਕਣ। ਖੈਰ ਆਪਣਾ ਨੈਕਸਟ ਆਪਣਾ ਜੋ ਪੁਆਇੰਟ ਹੈ ਉਹ ਦੇਖੀਏ ਆਰਟੀਕਲ ਦੇ ਵਿੱਚ ਅਗਲਾ ਜੋ ਪੈਰਾਗ੍ਰਾਫ ਹੈ, ਇਨ ਅ ਪਰਸਨਲ ਟੱਚ। ਇਨ ਅ ਪਰਸਨਲ ਟੱਚ ਹੁੰਦਾ ਹੈਗਾ ਵੀ ਪਰਸਨਲੀ ਗੱਲ ਕਿਹਾ, ਵੀ ਬੜੇ ਪਿਆਰ ਨਾਲ ਵੀ ਦੱਸਿਆ ਵੀ ਮੈਂ ਬਹੁਤ ਜ਼ਿਆਦਾ ਸਾਡੇ ਅੱਛੇ ਰਿਲੇਸ਼ਨ ਹੈ ਉਹਲੇ ਢੰਗ ਦੇ ਨਾਲ। ਹੀ ਸੈਡ, ਪੁਤਿਨ ਨੇ ਆਖਿਆ ਸੀ, ਹੀ ਵਾਸ ਅਵੇਅਰ ਦੈਟ ਮਿਸਟਰ ਮੋਦੀ ਵੁੱਡ ਸੈਲੀਬ੍ਰੇਟ ਹਿਸ ਬਰਥਡੇ ਔਨ ਸੈਟਰਡੇ। ਪਰਸਨਲੀ ਗੱਲ ਆਖੀ, ਇੱਕ ਮਿੱਤਰ, ਇੱਕ ਅੱਛਾ ਮਿੱਤਰ ਦੂਜੇ ਮਿੱਤਰ ਨਾਲ ਜਦੋਂ ਗੱਲ ਕਰਦਾ ਤਾਂ ਪਰਸਨਲੀ ਗੱਲ ਕਰਦਾ ਹੈ ਤਾਂ ਪਰਸਨਲ ਟੱਚ ਆਉਂਦਾ ਹੈ। ਉਹ ਗੱਲ ਉਸ ਤਰ੍ਹਾਂ ਦੀ ਕੀਤੀ ਪੁਤਿਨ ਨੇ ਵੀ ਮੈਨੂੰ ਪਤਾ ਹੈ ਵੀ ਪ੍ਰਾਈਮ ਮਿਨਿਸਟਰ ਮੋਦੀ ਜਿਹੜਾ ਹੈਗਾ ਸੈਲੀਬ੍ਰੇਟ ਕਰਨਗੇ ਆਪਣਾ ਬਰਥਡੇ ਸੈਟਰਡੇ ਨੂੰ, 17 ਨਵੰਬਰ ਨੂੰ ਬਰਥਡੇ ਸੀ ਉਹਨਾਂ ਦਾ। ਇਨ ਕੰਟਰਾਸਟ, ਲੇਕਿਨ ਇਹਦੇ ਉਲਟ ਪ੍ਰਾਈਮ ਮਿਨਿਸਟਰ ਮੋਦੀ ਐਂਡ ਚਾਈਨੀਜ਼ ਪ੍ਰੈਜ਼ੀਡੈਂਟ ਜਿਨਪਿੰਗ ਨਾਈਦਰ ਐਕਨੋਲੇਜ ਈਚ ਅਦਰ। ਔਰ ਇੱਥੇ ਦੇਖੋ ਨਿਊਜ਼ਪੇਪਰ 'ਚ ਗਲਤੀ ਕੀਤੀ ਹੋਈ ਹੈ, ਗ੍ਰਾਮੈਟਿਕਲੀ ਔਰ ਨਹੀਂ ਆਉਣਾ ਚਾਹੀਦਾ, ਨੋਰ ਆਉਣਾ ਚਾਹੀਦਾ ਕਿਉਂਕਿ ਨਾਈਦਰ ਦੇ ਨਾਲ ਆਪਾਂ ਨੋਰ ਲਾਉਂਦੇ ਹਾਂ, ਆਈਦਰ ਦੇ ਨਾਲ ਔਰ ਲੱਗਦਾ, ਰਾਈਟ। ਇਹ ਨਿਊਜ਼ਪੇਪਰ 'ਚ ਮਿਸਟੇਕ ਹੈ, ਖੈਰ ਮੈਂ ਕਰੈਕਟ ਕਰ ਦਿੱਤੀ ਹੈ, ਮਿਸਟੇਕ ਹੋ ਜਾਂਦੀ ਹੈ। ਇਹ ਨਿਊਜ਼ਪੇਪਰ ਵਿੱਚ ਇਹ ਆਇਆ ਹੋਇਆ ਆਰਟੀਕਲ ਤੇ ਉਹਦੇ ਵਿੱਚ ਮਿਸਟੇਕ ਕੀਤੀ ਹੋਈ ਹੈ, ਖੈਰ ਕਰੈਕਟ ਕਰ ਲੈਣਾ। ਸੋ ਲੇਕਿਨ ਜਿੱਥੇ ਇੱਕ ਪਾਸੇ ਇੰਡੀਆ ਤੇ ਰਸ਼ੀਆ ਦੇ ਅੱਛੇ ਰਿਲੇਸ਼ਨ ਦੀ ਗੱਲਬਾਤ ਹੋ ਰਹੀ ਹੈ, ਦੂਜੇ ਪਾਸੇ ਉਹਦੇ ਬਿਲਕੁਲ ਉਲਟਾ ਇਨ ਕੰਟਰਾਸਟ ਹੁੰਦਾ, ਬਿਲਕੁਲ ਆਪੋਜ਼ਿਟ। ਮੋਦੀ ਸਾਹਿਬ ਐਂਡ ਜੋ ਚਾਈਨੀਜ਼ ਪ੍ਰੈਜ਼ੀਡੈਂਟ ਹੈਗਾ ਜਿਨਪਿੰਗ, ਨਾ ਤਾਂ ਉਹ ਇੱਕ ਦੂਜੇ ਨੂੰ ਮਿਲੇ ਤੇ ਨਾ ਹੀ ਸ਼ੇਅਰਡ ਹੈਂਡਸ਼ੇਕ, ਨਾ ਹੀ ਹੱਥ ਮਿਲਾਇਆ ਇਨ देयर ਪਬਲਿਕ ਅਪੀਅਰੈਂਸਿਸ। ਜਿੱਥੇ ਸਾਰੇ ਲੋਕਾਂ ਵਿੱਚ ਇਕੱਠੇ ਹੋਏ ਸੀ, ਨਾ ਤਾਂ ਮੋਦੀ ਸਾਹਿਬ ਨੇ ਉਹਨੂੰ ਮਿਲਿਆ, ਉਹਨੂੰ ਵੈਲਕਮ ਜਾਂ ਹੈਲੋ ਆਈ ਕੀਤੀ, ਨਾ ਹੀ ਹੈਂਡਸ਼ੇਕ ਕੀਤਾ, ਵੀ ਟੋਟਲੀ ਇਗਨੋਰ ਕੀਤਾ ਇੱਕ ਦੂਜੇ ਨੂੰ, ਰਾਈਟ। Next, India is importing about 7.5 lakh barrels of Russian crude daily as against 20,000 before the war broke out। ਇੰਡੀਆ ਜਿਹੜਾ ਹੈਗਾ ਲਗਭਗ ਡੇਲੀ 7.5 ਲੱਖ ਬੈਰਲ, ਇੱਕ ਬੈਰਲ 'ਚ ਮੈਨੂੰ ਖੈਰ ਇੰਨਾ ਐਗਜ਼ੈਕਟਲੀ ਨਹੀਂ ਯਾਦ ਹੈਗਾ ਲੇਕਿਨ ਆਈ ਥਿੰਕ ਇੱਕ ਬੈਰਲ 'ਚ ਅਰਾਊਂਡ 140 ਲੀਟਰ ਇੰਨਾ ਆਇਲ ਹੁੰਦਾ ਹੈਗਾ, 140 ਲੀਟਰ ਬਹੁਤ ਜ਼ਿਆਦਾ, ਤੇ 7.5 ਲੱਖ ਬੈਰਲਸ ਹਰ ਰੋਜ਼ ਰਸ਼ੀਆ ਤੋਂ ਮੰਗਵਾ ਰਿਹਾ। ਇੰਪੋਰਟ ਕਰਨਾ ਹੁੰਦਾ, ਮੰਗਵਾਉਣਾ, ਐਕਸਪੋਰਟ ਹੁੰਦਾ, ਬਾਹਰ ਭੇਜਣਾ। ਕਰੂਡ ਹੁੰਦਾ ਹੈਗਾ ਜਿਹੜਾ ਕੱਚਾ ਤੇਲ, ਡੇਲੀ ਮੰਗਵਾ ਰਿਹਾ ਐਜ਼ ਅਗੇਂਸਟ 20,000 ਬਿਫੋਰ ਦਾ ਵਾਰ ਬ੍ਰੋਕ ਆਊਟ। ਵੀ ਵਾਰ ਲੱਗਣ, ਬ੍ਰੇਕਆਊਟ ਹੁੰਦਾ ਹੈਗਾ ਕੋਈ ਚੀਜ਼ ਫੈਲ ਜਾਣੀ ਜਾਂ ਹੋ ਜਾਣੀ, ਨੈਗੇਟਿਵ ਹੁੰਦਾ ਹੈ। ਬ੍ਰੇਕਆਊਟ ਦਾ ਸੈਕਿੰਡ ਫਾਰਮ ਹੈ ਬ੍ਰੋਕਆਊਟ। ਇਹ ਆਪਾਂ ਯੂਜ਼ ਕਰਦੇ ਹੈਗੇ ਕਿਸੇ ਬਿਮਾਰੀ ਲਈ, ਕੋਈ ਬਿਮਾਰੀ ਫੈਲ ਗਈ ਜਾਂ ਵਾਰ ਲਈ, ਡਿਸਪਿਊਟ ਲਈ। ਤਾਂ ਜਿਹੜਾ ਬ੍ਰੇਕਆਊਟ ਫਰੇਜ਼ਲ ਵਰਬ ਹੈਗਾ ਆਪਣੇ ਇੱਥੇ ਯੂਜ਼ ਹੋਇਆ ਹੈ, ਇਹ ਬਿਮਾਰੀਆਂ ਵਾਸਤੇ ਵੀ ਯੂਜ਼ ਹੁੰਦਾ, ਜਿਵੇਂ ਪੈਂਡੇਮਿਕ ਕਰੋਨਾ ਜਿਹੜਾ ਸੀ ਉਹ ਪੂਰੇ ਵਰਲਡ 'ਚ ਬ੍ਰੋਕ ਆਊਟ ਹੋ ਗਿਆ ਸੀ,
ਰਾਈਟ। ਹੁਣ ਇੱਥੇ ਵੋਰ ਦੀ ਗੱਲ, ਯੁੱਧ ਦੀ ਗੱਲ ਹੋ ਰਹੀ ਹੈ ਤੇ ਬ੍ਰੋਕ ਆਊਟ ਹੋਇਆ ਸੀ। ਤਾਂ ਮੇਨ ਗੱਲ ਇਹ ਹੈ ਵੀ ਯੁੱਧ ਤੋਂ ਪਹਿਲਾਂ ਇੰਡੀਆ 20,000 ਬੈਰਲ ਮੰਗਵਾਉਂਦਾ ਸੀ ਚਾਹੇ ਉੱਥੇ ਰਸ਼ੀਆ ਤੋਂ, ਲੇਕਿਨ ਵੋਰ ਤੋਂ ਬਾਅਦ 20,000 ਤੋਂ ਸਿੱਧਾ 7.5 ਲੱਖ ਬੈਰਲ, 7.5 ਲੱਖ ਬੈਰਲਸ, ਪਹਿਲਾਂ 20,000 ਬੈਰਲ, ਫਿਰ ਉਸ ਤੋਂ 7.5 ਲੱਖ ਬੈਰਲਸ, ਪਤਾ ਨਹੀਂ ਕਿੰਨੇ ਹੀ ਗੁਣਾ ਹੋ ਗਿਆ, ਰਾਈਟ। ਤੇ ਇੰਨਾ ਮੰਗਵਾਉਣ ਲੱਗ ਗਿਆ। ਐਂਡ ਰਸ਼ੀਆ ਹੈਜ਼ ਆਲਸੋ ਇਮਰਜ, ਇਮਰਜ ਹੁੰਦਾ ਉਭਰਨਾ, ਬਾਹਰ ਆਣਾ, ਇਮਰਜ ਹੋਣਾ, ਇਮਰਜ ਐਸ ਇੰਡੀਆਜ਼ 4th ਲਾਰਜੈਸਟ ਕੋਲ ਸਪਲਾਇਰ। ਇੰਡੀਆ ਦਾ ਹੁਣ ਸਭ ਤੋਂ ਜ਼ਿਆਦਾ ਜੋ ਇਮਰਜ ਹੋ ਗਿਆ ਰਸ਼ੀਆ, ਵੀ ਇੰਡੀਆ ਸਭ ਤੋਂ ਜ਼ਿਆਦਾ ਜਿਹੜਾ ਕੋਲ ਮੰਗਾਉਂਦਾ, ਕੋਇਲਾ ਮੰਗਾਉਂਦਾ ਹੈ, ਨੰਬਰ 4 ਤੇ ਹੁਣ ਰਸ਼ੀਆ ਆ ਗਿਆ। ਪਹਿਲਾਂ ਰਸ਼ੀਆ ਨੰਬਰ 4 ਤੇ ਨਹੀਂ ਸੀ, ਪਹਿਲਾਂ ਇੰਡੀਆ ਕਿਸੇ ਹੋਰ ਕੰਟਰੀਜ਼ ਤੋਂ ਮੰਗਵਾ ਰਿਹਾ ਸੀ, ਲੇਕਿਨ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣ ਬਹੁਤ ਅੱਛਾ ਡਿਸਕਾਊਂਟ ਤੇ ਇੰਡੀਆ ਨੂੰ ਇਹ ਬਹੁਤ ਸਾਰੀਆਂ ਵਸਤੂਆਂ ਮਿਲ ਰਹੀਆਂ, ਤਾਂ ਇੰਡੀਆ ਆਫ ਕੋਰਸ ਬੈਨੀਫਿਟ ਲੈ ਰਿਹਾ ਆਪਣੇ ਸਾਰੇ ਲੋਕਾਂ ਲਈ। ਸੋ ਹੁਣ ਰਸ਼ੀਆ ਆਲਸੋ ਇਮਰਜ ਐਸ ਇੰਡੀਆਜ਼ 4th ਲਾਰਜੈਸਟ ਕੋਲ ਸਪਲਾਇਰਸ, ਵਾਈਲ ਜਦ ਕਿ ਫਰਟੀਲਾਈਜ਼ਰ ਇੰਪੋਰਟਸ ਹੈਵ ਆਲਸੋ ਮਲਟੀਪਲਾਈਡ, ਵਰਬ ਹੈ ਮਲਟੀਪਲਾਈ, ਮਤਲਬ ਕਈ ਗੁਣਾ ਵੱਧ ਗਿਆ। ਵੀ ਜਿਹੜਾ ਫਰਟੀਲਾਈਜ਼ਰ ਹੈ, ਜਿਹੜਾ ਖਾਦ ਹੈਗਾ ਹੈ, ਸਿਰਫ ਤੇਲ ਹੀ ਨਹੀਂ, ਜਿਹੜੇ ਫਰਟੀਲਾਈਜ਼ਰ ਹੈ ਤੇਲ ਹੀ ਨਹੀਂ, ਕੋਲਾ ਹੀ ਨਹੀਂ, ਜਿਹੜੇ ਫਰਟੀਲਾਈਜ਼ਰ ਹੈ, ਖਾਦ ਹੈਗੀ ਹੈ, ਉਹਨਾਂ ਦੀ ਇੰਪੋਰਟ ਉਹ ਵੀ ਆਪਾਂ ਰਸ਼ੀਆ ਤੋਂ ਪਤਾ ਨਹੀਂ ਕਿੰਨੇ ਹੀ ਗੁਣਾ ਜ਼ਿਆਦਾ ਹੁਣ ਜ਼ਿਆਦਾ ਮੰਗਵਾ ਰਹੇ ਹਾਂ, ਰਾਈਟ। ਇੱਥੇ ਨੇ ਡਿਸਕਸ ਕੀਤਾ ਇਹਨਾਂ ਨੇ। ਨੈਕਸਟ ਐਂਡ ਆਫ ਕੋਰਸ ਇੰਪੋਰਟੈਂਟ 2 ਪੈਰਾਗ੍ਰਾਫ थे अपने इससे। अपार्ट फ्रॉम दिस मीटिंग्स, ये लिए मीटिंग तो अलावा विद द ईरानियन एंड उज्बेक प्रेसिडेंट्स, PM Modi also held a surprise meeting with Turkish President Tayyip Erdogan। भी इन्ना मीटिंग भी रशिया दे नाल मीटिंग हुई वगैरह, इन्ना मीटिंग तो अलावा होर किन्ना नाल मीटिंग हुई, ईरान दे नाल मीटिंग, उज्बेक प्रेसिडेंट दे नाल मीटिंग तो अलावा नरेंद्र मोदी ने टर्की ਜਿਹੜਾ ਕੰਟਰੀ ਹੈਗਾ ਉਹਨਾਂ ਦੇ ਪ੍ਰੈਸੀਡੈਂਟ ਨਾਲ ਇੱਕ ਸਰਪ੍ਰਾਈਜ਼, ਇੱਕ ਹੈਰਾਨੀ ਵਾਲੀ ਮੀਟਿੰਗ ਹੋਈ। ਹੈਰਾਨੀ ਇਸ ਲਈ ਹੈ ਬਿਕੋਜ਼ ਇੰਡੀਆ ਤੇ ਟਰਕੀ ਦੇ ਰਿਲੇਸ਼ਨ ਇੰਨੇ ਅੱਛੇ ਨਹੀਂ ਚੱਲ ਰਹੇ ਸੀ, ਰਾਈਟ। ਬਿਕੋਜ਼ ਕਸ਼ਮੀਰ ਨੂੰ ਲੈ ਕੇ ਕਾਫੀ ਕਮੈਂਟ ਵਗੈਰਾ ਹੋਏ ਟਰਕੀ ਦੇ ਸਾਈਡ ਸੇ, ਜਿਸ ਕਰਕੇ ਰਿਲੇਸ਼ਨ ਕਾਫੀ ਵਿਗੜ ਗਏ। ਲੇਕਿਨ ਇੰਡੀਆ ਦੇ ਪ੍ਰੈਸੀਡੈਂਟ ਹੁਣ ਜਿਵੇਂ ਟਾਈਮ ਚੇਂਜ ਹੋ ਰਿਹਾ ਹੈ, ਆਫਕੋਰਸ ਇੰਡੀਆ ਕਾਫੀ ਹੈਲਪ ਵੀ ਕਰ ਰਿਹਾ ਟਰਕੀ ਦੀ, ਤੇ ਹੁਣ ਰਿਲੇਸ਼ਨ ਆਪਣੇ ਕਾਫੀ ਹੱਦ ਤੱਕ ਸੁਧਰੇ ਹੈ। ਤੇ ਇੱਕ ਮੀਟਿੰਗ ਪ੍ਰਾਈਮ ਮਿਨਿਸਟਰ ਮੋਦੀ ਦੀ मीटिंग टर्किश प्रेसिडेंट भी नाल दे हुई, राइट। दिस वॉज देयर फर्स्ट मीटिंग इन ओवर 2 years, राइट। 2 सालों विच यह पहली मीटिंग सी मोदी साहब दी एंड टर्किश प्रेसिडेंट दी सिंस कदों तो सिंस Erdogan on a visit to Pakistan had said the situation in Jammu and Kashmir was worsening। ਜਦੋਂ ਜੋ ਟਰਕਿਸ਼ ਪ੍ਰੈਸੀਡੈਂਟ ਇੱਕ ਵਾਰੀ ਜਦੋਂ ਪਾਕਿਸਤਾਨ ਗਿਆ ਸੀ ਤਾਂ ਉਹਨੇ ਗੱਲ ਆਖੀ ਸੀ ਵੀ ਜੰਮੂ ਐਂਡ ਕਸ਼ਮੀਰ ਵਿੱਚ ਜਿਹੜੇ ਹਾਲਾਤ ਹੈ ਬਦ ਤੋਂ ਬੱਤਰ ਹੋ ਗਏ ਹੈ, ਵਰਸਨਿੰਗ ਹੁੰਦਾ ਵੀ ਬੁਰੇ ਤੋਂ ਹੋਰ ਜ਼ਿਆਦਾ ਬੁਰੇ ਹੋ ਗਏ। ਇਹ ਗੱਲ ਜਦੋਂ ਆਖੀ ਸੀ ਉਹਲੇ ਟਾਈਮ ਤੋਂ ਬਾਅਦ 2 ਸਾਲ ਹੋ ਗਏ ਗੱਲਾਂ ਨੂੰ, ਉਹਲੇ ਗੱਲ ਤੋਂ ਬਾਅਦ ਹੁਣ ਜਿਹੜੇ ਸੀ ਆਪਣੇ ਮੋਦੀ ਸਾਹਿਬ ਉਹਨੂੰ ਮਿਲਿਆ, ਨਹੀਂ ਤਾਂ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸੀ। The remarks led to the summoning of the Turkish envoy। ਹੁਣ ਜਿਹੜੇ ਰਿਮਾਰਕਸ ਦਿੱਤੇ ਸੀ ਟਰਕਿਸ਼ ਨੇ, ਉਸ ਤੋਂ ਬਾਅਦ ਬੁਲਾਵਾ ਹੋ ਗਿਆ ਸੀ, ਬੁਲਾਵਾ ਦੇ ਦਿੱਤਾ ਸੀ ਵੀ ਜਿਹੜਾ ਟਰਕਿਸ਼ ਦਾ ਕੀ ਹੈਗਾ ਐਨਵॉय, ਜਿਹੜੇ ਰਾਜਦੂਤ ਹੁੰਦੇ ਹੈ, ਹਰੇਕ ਕੰਟਰੀ ਵਿੱਚ ਅਲੱਗ-ਅਲੱਗ ਕੰਟਰੀ ਦੇ ਰਾਜਦੂਤ ਹੁੰਦੇ ਹੈ, ਤੇ ਟਰਕਿਸ਼ ਦੇ ਰਾਜਦੂਤ ਨੂੰ ਬੁਲਾਇਆ ਸੀ ਫਿਰ। ਐਂਡ ਲੈਡ ਟੂ ਹੁੰਦਾ ਕਨਕਲੂਡਡ ਟੂ, ਜਿਹਦੇ ਨਾਲ ਹੋਇਆ ਕੀ ਹੋਇਆ, ਇੱਕ ਈਡੀਅਮ ਹੈ ਆ ਚਿਲ ਇਨ ਟਾਈਜ਼। ਚਿਲ ਹੁੰਦਾ ਠੰਡਾ ਹੋ ਗਿਆ, ਮਤਲਬ ਜਿਹੜੇ ਰਿਸ਼ਤੇ ਸੀ ਉਹਨਾਂ ਦੇ ਇਹਦੇ ਸਟੇਟਮੈਂਟ ਦੇ ਕਰਕੇ ਜੋ ਟਰਕਿਸ਼ ਪ੍ਰੈਸੀਡੈਂਟ ਨੇ ਦਿੱਤੇ ਸੀ ਉਹਦੇ ਕਰਕੇ ਜਿਹੜੇ ਸੀ ਰਿਸ਼ਤੇ ਗਰਮ ਨਹੀਂ ਰਹੇ, ਮਤਲਬ ਠੰਡੇ ਹੋ ਗਏ, ਵੀ ਮਤਲਬ ਅੱਛੇ ਰਿਲੇਸ਼ਨ ਨਹੀਂ ਰਹੇ ਸੀ, ਰਿਲੇਸ਼ਨ ਉਹਨਾਂ ਦੇ ਖਰਾਬ ਹੋ ਗਏ ਸੀ। ਇੰਟੈਲੀਜੈਂਸ ਏਜੰਸੀਜ਼ ਹੈਵ ਆਲਸੋ ਰਿਪੀਟਡਲੀ ਹੁੰਦਾ ਬਾਰ-ਬਾਰ, ਫਲੈਗਡ ਹੁੰਦਾ ਸ਼ੋ ਕਰਨਾ, ਸ਼ੋ ਕੀਤਾ ਦੀ ਐਕਟੀਵਿਟੀ ਆਫ ਕਸ਼ਮੀਰੀ ਐਕਸਪੈਟਸ ਇਨ ਟਰਕੀ। ਵੀ ਇੰਟੈਲੀਜੈਂਸ ਏਜੰਸੀ ਜਿਹੜੇ ਆਪਣੇ ਹੈਗੇ ਇੰਡੀਆ ਦੇ, ਉਹਨਾਂ ਨੇ ਬਾਰ-ਬਾਰ ਸ਼ੋ ਕੀਤਾ, ਫਲੈਗ ਇੱਥੇ ਇੱਕ ਵਰਬ ਹੈ, ਜਦੋਂ ਆਉਂਦਾ ਵੀ ਐਕਸਪ੍ਰੈਸ ਕੀਤਾ, ਜ਼ਾਹਿਰ ਕੀਤਾ, ਸ਼ੋ ਕੀਤਾ ਵੀ ਜਿਹੜੇ ਕਸ਼ਮੀਰ ਦੇ ਜਿਹੜੇ ਐਕਸਪੈਟਸ ਹੈਗੇ, ਜਿਹੜੇ ਉੱਥੇ ਲੋਕੀ ਰਹੀ ਜਾਂਦੇ ਹੈਗੇ ਹੈ, ਐਕਸਪੈਟਰੀਏਟਸ ਜਿਹੜੇ ਹੈਗੇ ਹੈ, ਰਾਈਟ, ਟਰਕੀ ਵਿੱਚ ਰਹਿ ਰਹੇ ਹੈ, ਉਹਨਾਂ ਦੀਆਂ ਗਤੀਵਿਧੀਆਂ ਨੂੰ ਬਾਰ-ਬਾਰ ਦਰਸਾਇਆ ਵੀ ਉਹ ਇੰਡੀਆ ਦੇ ਅਗੇਂਸਟ ਹੈ, ਰਾਈਟ। ਸਪੈਸ਼ਲੀ ਦ ਵਨਸ ਬੇਸਡ ਇਨ ਅੰਕਾਰਾ। ਅੰਕਾਰਾ ਆਫ ਕੋਰਸ ਇੱਕ ਜਗ੍ਹਾ ਹੈਗੀ ਟਰਕੀ ਦੀ, ਉੱਥੇ ਜਿਹੜੇ ਕਸ਼ਮੀਰੀ ਜਿਹੜੇ ਸੀ ਕੁਝ ਉੱਥੇ ਰਹਿ ਰਹੇ ਹੈ,
ਉਹ ਇੰਡੀਆ ਦੇ ਅਗੇਂਸਟ ਕੀ ਕਾਰਵਾਈ ਕਰ ਰਿਹਾ ਹੈ। ਇਹਨਾਂ ਦੇ ਵਾਸਤੇ ਆਪਣੀ ਇੰਟੈਲੀਜੈਂਸ ਏਜੰਸੀ ਨੇ ਬਾਰ-ਬਾਰ ਰਿਪੀਟਡਲੀ ਹੁੰਦਾ ਬਾਰ-ਬਾਰ ਇਹ ਸ਼ੋਅ ਕੀਤਾ ਹੈਗਾ ਉਹਨਾਂ ਦੀ ਐਕਟੀਵਿਟੀ ਨੂੰ ਲੈ ਕੇ। ਰਾਈਟ, ਆਈ ਹੋਪ ਇੱਕ ਵਰਡ ਸਾਰਾ ਸਮਝ ਆਇਆ। ਇੱਕ ਈਡੀਅਮ ਹੈ ਅ ਚਿਲ ਇਨ ਟਾਈਜ਼। ਚਿਲ ਜਿਹੜੀ ਚੀਜ਼ ਹੈ ਠੰਡਾ ਮਤਲਬ ਹੁੰਦਾ ਠੰਡਾ, ਇਹ ਨੈਗੇਟਿਵ ਵਰਡ ਹੈ ਆਫਕੋਰਸ ਵੈਸਟਰਨ ਕੰਟਰੀ ਵਿੱਚ ਕੋਈ ਚੀਜ਼ ਨੈਗੇਟਿਵ ਹੋਣਾ। ਰਾਈਟ, ਅ ਚਿਲ ਇਨ ਟਾਈਜ਼ ਰਿਲੇਸ਼ਨ ਜਿਹੜੇ ਸੀ ਖਰਾਬ ਹੋਏ, ਅੱਛੇ ਨਹੀਂ ਹੋਏ। ਨਾਓ ਨੈਕਸਟ ਦੇਖੀਏ ਆਪਾਂ। The two leaders discussed ways to deepen ਹੁੰਦਾ ਹੋਰ ਗਹਿਰੇ ਕਰਨਾ, ਅੱਛੇ ਕਰਨਾ। ਜਿਹੜੇ ਦੋ ਲੀਡਰਸ ਹੈ ਇੱਥੇ, ਦੋ ਲੀਡਰਸ ਕਿਹੜੀ ਗੱਲ ਹੋ ਰਹੀ ਹੈ, ਮੋਦੀ ਸਾਹਿਬ ਐਂਡ ਜੋ ਟਰਕੀ ਦਾ ਪ੍ਰੈਸੀਡੈਂਟ ਹੈ ਉਹਦੀ, ਉਹਨਾਂ ਨੇ ਡਿਸਕਸ ਕੀਤਾ ਡੀਪਨ ਕਰਨ ਲਈ, ਅੱਛੇ ਕਰਨ ਲਈ ਕਿ ਆਪਣੇ ਬਾਇਲੈਟਰਲ ਦੋ ਪੱਖੀ ਜਿਹੜੇ ਸਮਝੌਤੇ ਹੈ, ਦੋਨਾਂ ਸਾਈਡ ਦੇ ਸਮਝੌਤੇ ਹੈ, ਬਾਇਲੈਟਰਲ ਕੋਆਪਰੇਸ਼ਨ ਇਨ ਡਾਈਵਰਸ ਹੁੰਦਾ ਅੱਡ-ਅੱਡ ਸੈਕਟਰ ਵਿੱਚ ਆਪਾਂ ਆਪਣੇ ਰਿਲੇਸ਼ਨ ਹੋਰ ਕਿਵੇਂ ਗਹਿਰੇ ਕਰੀਏ, ਅੱਛੇ ਕਰੀਏ, ਇਹਦੇ ਬਾਰੇ ਉਹਨਾਂ ਨੇ ਡਿਸਕਸ ਕੀਤਾ ਸੀ। ਰਾਈਟ, ਹੁਣ ਡਿਸਕਸ ਇੱਕ ਇੰਪੋਰਟੈਂਟ ਵਰਬ ਹੈ। ਡਿਸਕਸ ਅਗਰ ਆਪਾਂ ਐਜ਼ ਅ ਵਰਬ ਡਿਸਕਸ ਕਰੀਏ ਤਾਂ ਇਹਦੇ ਨਾਲ ਅਬਾਊਟ ਨਹੀਂ ਲੱਗਦਾ। ਅਗਰ ਆਪਾਂ ਕਹੀਏ we will discuss about the topic ਆਪਾਂ ਟੌਪਿਕ ਦੇ ਬਾਰੇ ਡਿਸਕਸ ਕਰਾਂਗੇ, ਇਹ ਗਲਤ ਹੈ। ਡਿਸਕਸ ਦੇ ਨਾਲ ਆਪਾਂ ਅਬਾਊਟ ਪ੍ਰੈਪੋਜੀਸ਼ਨ ਨਹੀਂ ਲਗਾਉਂਦੇ। ਅਕਸਰ ਸਪੋਰਟ ਦੀ ਐਰਰ ਵਿੱਚ ਜਾਂ ਲੋਕੀ ਬੋਲਣ ਲੱਗੇ ਇੰਗਲਿਸ਼ ਇਹ ਬੋਲ ਦਿੰਦੇ ਇਹ ਪੁਆਇੰਟ, ਸੋ ਬਟ ਮੇਕ ਸ਼ੋਰ that you don't do this. Next is of course leader discussed ways, अलग-अलग तरीके देखे भी किमें ਆਪਾਂ रिलेशन अपने अच्छे करिए। Diverse other sector से appreciated the recent gains in bilateral trade, ਤੇ ਐਪਰੀਸ਼ੀਏਟ ਕੀਤਾ, ਤਾਰੀਫ ਕੀਤੀ ਵੀ ਜਿਹੜੇ ਆਪਣੀ ਬਾਇਲੇਟਰਲ ਦੋਨੋਂ ਪੱਖਾਂ ਦੋਨੋਂ ਤਰਫ ਦੀ ਆਪਣੇ ਜੋ ਵਪਾਰ ਹੋਏ ਹੈ ਉਹ ਅੱਛੇ ਹੋਏ ਆ ਹੁਣ ਬਾਕੀ ਟਾਈਮ ਨਾਲੋਂ, ਤੇ ਇਹ ਚੀਜ਼ ਦੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਸੀ। ਆਲਸੋ ਐਕਸਚੇਂਜ, ਇਹ ਵੀ ਉਹਨਾਂ ਨੇ ਵਟਾਂਦਰਾ ਕੀਤਾ, ਵਿਊਜ਼ ਆਪਣੇ ਸ਼ੇਅਰ ਕੀਤੇ, ਆਪਣੇ ਆਈਡੀਆਜ਼ ਔਨ ਰੀਜਨਲ ਐਂਡ ਗਲੋਬਲ ਡਿਵੈਲਪਮੈਂਟਸ, ਆਪਣੇ ਵਿਚਾਰ ਉਹਨਾਂ ਨੇ ਇੱਕ ਦੂਜੇ ਨਾਲ ਸ਼ੇਅਰ ਕੀਤੇ ਵੀ ਏਰੀਆ ਵਿੱਚ ਆਪਣੀ ਕੰਟਰੀ ਵਿੱਚ ਤੇ ਪੂਰੇ ਵਰਲਡ ਵਿੱਚ ਕੀ ਹੋ ਰਿਹਾ ਹੈ, ਉਹਨਾਂ ਦੇ ਬਾਰੇ ਵੀ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਸੀ ਐਕਸਚੇਂਜ ਕੀਤੇ। ਟਵੀਟਡ ਦ MEA ਮਿਨਿਸਟਰੀ ਆਫ ਐਕਸਟਰਨਲ ਅਫੇਅਰ, ਟਵੀਟ ਕੀਤਾ, ਟਵੀਟ ਜਿਹੜਾ ਆਪਣਾ ਪਲੇਟਫਾਰਮ ਹੈਗਾ ਇੱਕ, ਰਾਈਟ, ਉਹਦੇ ਵਿੱਚ ਉਹਨਾਂ ਨੇ ਕਰਕੇ ਦੱਸਿਆ ਵੀ ਇਹ ਡਿਸਕਸ਼ਨ ਪ੍ਰਾਈਮ ਮਿਨਿਸਟਰ ਮੋਦੀ ਐਂਡ ਜੋ ਟਰਕਿਸ਼ ਪ੍ਰੈਸੀਡੈਂਟ ਹੈ ਉਹਨਾਂ ਦੇ ਵਿਚਕਾਰ ਹੋਈ ਸੀ ਇਹ ਗੱਲਾਂ। ਫੇਸਿੰਗ ਅ ਫੂਡ ਕ੍ਰਾਈਸਿਸ ਹੁੰਦਾ ਪ੍ਰੋਬਲਮ, ਵੀ ਫੂਡ ਨੂੰ ਲੈ ਕੇ, ਖਾਣੇ ਨੂੰ ਲੈ ਕੇ ਪ੍ਰੋਬਲਮ ਜਿਹੜਾ ਹੈਗਾ ਫੇਸ ਕਰ ਰਿਹਾ, ਸਾਹਮਣਾ ਕਰ ਰਿਹਾ ਹੈ, ਟਰਕੀ ਦੀ ਗੱਲ ਹੋ ਰਹੀ ਇੱਥੇ। ਅਡੋਗਨ ਸੌਟ ਕੀ ਹੈ, ਸੈਕਿੰਡ ਫਾਰਮ ਹੁੰਦੀ ਹੈ ਸੀਕ ਦੀ, ਸੀਕ ਸੌਟ ਐਂਡ ਸੌਟ ਤੇ ਮਤਲਬ ਕੀ ਹੁੰਦਾ ਹੈਗਾ ਟਰਾਈ ਟੂ ਫਾਈਂਡ, ਰਾਈਟ। ਅਡੋਗਨ ਜਿਹੜਾ ਹੈਗਾ ਕੋਸ਼ਿਸ਼ ਕੀਤੀ ਉਹਨੇ ਮੋਰ ਵੀਟ ਦੀ, ਹੋਰ ਜ਼ਿਆਦਾ ਕਣਕ ਦੀ, ਫਰੋਮ ਇੰਡੀਆ ਤੋਂ, ਇਨ ਐਡੀਸ਼ਨ ਹੁੰਦਾ ਇਸ ਤੋਂ ਇਲਾਵਾ, ਕਿ ਇਸ ਤੋਂ ਇਲਾਵਾ ਦ ਰਾਈਸ, ਸੋ ਇਨ ਐਡੀਸ਼ਨ ਕੀ ਹੁੰਦਾ ਹੈਗਾ, ਇਨ ਐਡੀਸ਼ਨ ਮਤਲਬ ਹੁੰਦਾ ਹੈਗਾ ਇਲਾਵਾ, ਇਸ ਤੋਂ ਇਲਾਵਾ, ਇਨ ਐਡੀਸ਼ਨ ਟੂ ਇਸ ਤੋਂ ਇਲਾਵਾ, ਰਾਈਟ, ਕਿਸ ਤੋਂ ਇਲਾਵਾ, ਇਸ ਤੋਂ ਇਲਾਵਾ, ਵੀ ਰਾਈਸ ਤੋਂ ਇਲਾਵਾ, ਰਾਈਟ, ਵੀਟ ਦੀ, ਕਣਕ ਦੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਸਾਨੂੰ ਮਿਲੇ ਇੰਡੀਆ ਕੋਲੋਂ, ਰਾਈਟ। ਇਟ ਹੈਡ ਬੋਟ ਰਾਈਸ, ਉਹ ਰਾਈਸ ਜਿਹੜਾ ਇਹਨਾਂ ਨੇ ਖਰੀਦਿਆ ਹੈਗਾ ਟਰਕੀ ਨੇ ਇੰਡੀਆ ਤੋਂ, ਉਸ ਤੋਂ ਇਲਾਵਾ ਹੁਣ ਉਹ ਕੋਸ਼ਿਸ਼ ਕਰ ਰਿਹਾ ਵੀ ਫੂਡ ਕ੍ਰਾਈਸਿਸ ਦਾ ਸਾਹਮਣਾ ਕਰ ਰਿਹਾ ਹੈ, ਖਾਣੇ ਦੀ ਜਿਹੜੀ ਪ੍ਰੋਬਲਮ ਨੂੰ ਸਾਹਮਣਾ ਕਰ ਰਿਹਾ, ਖਾਣਾ ਹੀ ਨਹੀਂ ਹੈਗਾ, ਫਸਲਾਂ ਹੀ ਨਹੀਂ ਹੋਈਆਂ, ਰਾਈਟ, ਬਾਰਿਸ਼ ਵਗੈरह ਕਰਕੇ ਜੋ ਵੀ ਰੀਜ਼ਨ ਹੈ, ਐਂਡ ਇਸ ਲਈ ਉਹ ਉਮੀਦ ਕਰ ਰਿਹਾ ਹੈਗਾ ਟਰਕੀ ਦਾ ਪ੍ਰੈਸੀਡੈਂਟ ਵੀ ਮੋਦੀ ਨੂੰ ਖੁਸ਼ ਕਰਕੇ ਕਿਵੇਂ ਨਾ ਕਿਵੇਂ ਕਣਕ ਵੀ ਜਿਹੜਾ ਹੈਗਾ ਆਪਦੇ ਦੇਸ਼ ਦੇ ਲੋਕਾਂ ਲਈ ਉਹ ਮੰਗਵਾ ਸਕੇ ਇੰਡੀਆ ਤੋਂ। ਆਈ ਹੋਪ ਆਪਾਂ ਨੂੰ ਸਾਰਾ ਆਰਟੀਕਲ ਸਮਝ ਆਇਆ, ਯੈਸ ਔਰ ਨੋ, ਰਾਈਟ। ਇਹ ਸਾਰਾ ਆਰਟੀਕਲ ਸੀ, ਇੱਕ ਵਰਡ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਐਂਡ ਮਕਸਦ ਇਹੀ ਹੈ ਵੀ ਜੋ ਵੀ ਯਾਰ ਕੋਸ਼ਿਸ਼ ਕਰੀਏ ਅੱਗੇ ਵਧੀਏ, ਇੰਗਲਿਸ਼ ਨੂੰ ਡਰ ਨਹੀਂ ਲੈਣਾ, ਇੰਗਲਿਸ਼ ਸਿੱਖਣੀ ਹੈ ਐਂਡ ਸਿਰਫ ਸਟੈਪ ਬਾਈ ਸਟੈਪ ਸਿੱਖੀਏ। ਮਤਲਬ ਸੇ ਰੋਮ ਕੈਨਟ ਬੀ ਬਿਲਟ ਇਨ ਅ ਡੇ, ਇੱਕ ਦਿਨ 'ਚ ਤਾਂ ਆਫਕੋਰਸ ਰੋਮ ਨਹੀਂ ਬਣਿਆ ਸੀ। So step by step, or in rather ways or in other ways I can say baby steps. I mean we should take some baby steps to develop or to take our English language to the next level. एक अगले level तक लेके जाने ਲਈ ਜ਼ਰੂਰੀ ਹੈ। ਇੱਕ ਵਰਡ ਨੂੰ ਸਮਝੀਏ ਵੀ ਇੰਗਲਿਸ਼ ਲਾਈਨਾਂ ਕੀ ਮਤਲਬ ਕੀ ਹੋਇਆ ਇਹਨਾਂ ਦਾ, ਉਹਨੂੰ ਸਮਝੀਏ ਆਪਾਂ। तो ਇਹ ਆਰਟੀਕਲ ਨੂੰ ਆਫਕੋਰਸ ਇਸ ਉਮੀਦ ਨਾਲ ਹੀ ਅਸੀਂ ਪਾ ਰਹੇ ਹਾਂ, ਕਪਿਲ ਇੰਸਟੀਚਿਊਟ ਬਠਿੰਡਾ ਵੱਲੋਂ ਆਪਾਂ ਪਾ ਰਹੇ ਹਾਂ ਇਹ ਵੀ ਹਰ ਇੱਕ ਸਟੂਡੈਂਟ ਜਿਹੜੀ ਇੰਗਲਿਸ਼ ਜਿਹੜੀ ਉਹਨਾਂ ਦੀ ਅੱਛੀ ਹੋਵੇ। ਕੋਈ ਸਟੂਡੈਂਟ ਇਹ ਨਾ ਕਵੇ ਮੇਰੀ ਇੰਗਲਿਸ਼ ਅੱਛੀ ਨਹੀਂ ਹੈ, ਕੋਸ਼ਿਸ਼ ਤਾਂ ਕਰੋ, ਈਜ਼ੀ ਲੈਂਗੁਏਜ ਆ, ਆਊਗੀ,
ਡੇਲੀ ਕਰਾਂਗੇ, ਪ੍ਰੈਕਟਿਸ ਕਰਾਂਗੇ, ਸਮਝਾਂਗੇ ਤਾਂ ਆਫ ਕੋਰਸ ਆਪਣੀ ਅੰਡਰਸਟੈਂਡਿੰਗ ਅੱਛੀ ਹੋਊਗੀ ਤਾਂ ਇੰਗਲਿਸ਼ ਇਹਦੇ ਨਾਲ ਅੱਛੀ ਹੋਊਗੀ। ਕੋਈ ਵੀ ਐਗਜ਼ਾਮ ਉਹਨਾਂ ਵਿੱਚੋਂ ਵੋਕੈਬ ਦੇ ਵਰਡਸ ਨਿਊਜ਼ਪੇਪਰ ਤੋਂ ਹੀ ਆਉਂਦੇ ਆ। ਰਾਈਟ, ਅੱਜ ਵਾਸਤੇ ਖੈਰ ਆਪਾਂ ਨਹੀਂ ਡਿਸਕਸ ਕਰਾਂਗੇ। ਆਫ ਕੋਰਸ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓਜ਼ ਨੂੰ ਸ਼ੇਅਰ ਵੀ ਕਰੋ ਪਲੀਜ਼। ਵੀਡੀਓ ਅੱਛੇ ਲੱਗਦੇ ਸ਼ੇਅਰ ਕਰੋ ਆਪਣੇ ਫਰੈਂਡਸ ਨਾਲ, ਬ੍ਰਦਰਸ ਨਾਲ, ਸਿਸਟਰਸ ਨਾਲ, ਸਾਰਿਆਂ ਨਾਲ ਸ਼ੇਅਰ ਕਰੋ ਸੋ ਦੈਟ ਉਹ ਵੀ ਦੇਖ ਸਕਣ, ਕੁਝ ਉਹ ਵੀ ਲਰਨ ਕਰ ਸਕਣ। ਵੀਡੀਓ ਅੱਛੇ ਲੱਗੇ ਜ਼ਰੂਰ ਕਮੈਂਟ ਕਰੋ, ਨਹੀਂ ਅੱਛੇ ਲੱਗੇ ਤਾਂ ਵੀ ਕਮੈਂਟ ਕਰੋ, ਕੀ ਪ੍ਰੋਬਲਮ ਲੱਗੀ ਵੀਡੀਓ ਵਿੱਚ ਦੱਸੋ। ਰਾਈਟ, ਬਿਕੋਜ਼ ਮਕਸਦ ਇੱਕ ਹੀ ਆਪਣਾ ਵੀ ਇੰਗਲਿਸ਼ ਨੂੰ ਆਪਾਂ ਅੱਛੇ ਢੰਗ ਨਾਲ ਸਿੱਖੀਏ ਐਂਡ ਆਫ ਕੋਰਸ ਸਿੱਖਾਂਗੇ, ਕਿਉਂ ਨਹੀਂ ਸਿੱਖਾਂਗੇ, ਹਮ ਹੋंगे कामयाब एक दिन। So well, enough for the day. Thank you for your wonderful patience and keep smiling, keep moving forward. Thanks a lot.